ਬਹੁ ਸਾਸਤਰ ਬਹੁ ਸਿਮਰਤੀ, ਬਹੁ ਸ਼ਾਸਤਰ ਬਹੁ ਸਿਮਰਤੀ, ਭੀਖੀ ਸਰਵ ਟੰਡੋਲ, ਪੂਜਸ ਨਾਹੀ ਹਰ ਹਰੇ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੂਲ। दूध तां बछरै थनों बेटारियो, दूध तां बछरै थनों बेटारियो, फूल भंवरा जल मीन बिगाड़ियो, माए गोबिंद पूजा कहाँ ले चढ़ावो, अवर न फूला अनूप न पावो रहाऊ, मैला गर्भीरी है पुयंगा, विखि अमृत वसै एक संगा, धूप दीप नैवेद्य वासा, कैसी पूज करहैं तेरी दासा, तन मन अर्पों पूज चढ़ावों, गुर प्रसाद निरंजन पावों, पूजा अर्चा आही न तोरी, कह रविदास कवन गत मूरी, पूजा अर्चा आही न तोरी, कह रविदास कवन गत मूरी। परम सन्मानयोग जुगु जुगी अटल शब्द अवतार बाणी के बोहित सहब सतगुरु श्री गुरु ग्रंथ साहिब महाराज जी छत्रछाया हेठ उदासीन डेरा संत बाबा टहलदा इस्लेम टाबरी लुधियाना कि तिजाई बहुत सत संगति जिथे हर का हर नाम बिलोईए, संगत रूप हो करके साहिब दी गोद का आनंद मान रही आदरणीय सत्कारयोग साध संगत जी, जय गुरदीप, धन गुरदीप, जय सतगुरु रविदास जी, धन सतगुरु रविदास जी। वाहिगुरु जी का खालसा वाहिगुरु जी की फतेह। आदरणीय सत्कारयोग साध संगत जी, धन भागी हो ਸਵਾਸਾਂ रूपी पूंजी ਨੂੰ कीमती ਬਣਾਉਂਦੇ ਹੋਏ चरण शरण गुरु एक पिंडा जाए चल, सतगुर कोट पिंडा आगे हुए लेत है। एक बार सतगुर मंत्र सिमरन मातर, सिमरन ताही बारंबार गुर हेत है। भावनी भगत भाए कौडी अगर भाग रखै, ताही गुर सर्व निधान दान देत है। सतगुर दया निध महिमा आगाध बोध, नमो 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 नेत 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 है। एक एक कदम सतगुर की याद अंदर चल करके सतगुर की निੱਘੀ गोद अंदर पुडे हो। जिहबा गुनगु बिंद भजो, करन सुनो हर नाम। एक बार सतगुर मंत्र सिमरन सतगुरां दी सिमरन हिरदे विच बसाउंदे होए, भावनी भगत पाई कौडी अगर भाग रखै, शरधा भावना दी भेटा सतगुर दे चरणां विच अर्पण करदे होए। सतगुर दया निध महिमा आगू अगाध बूझ, सतगुर दया दी समुंदर नहीं महिमा कहण तों बाहर है। ते नमो 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 नेत 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 है। सतगुर दे चरणां अंदर नमस्कार करके नमस्कार गुरदेव को, सतनाम जिस मंत्र सच्चे नाम का खजाना प्राप्त कर रही। आदरणीय सत्कारयोग साध संगत जी, अज दा पावन शब्द
ਸਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਦੂਧ ਤਾਂ ਬਛਰੈ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾੜਿਓ। ਇਹ ਪਾਵਨ ਸ਼ਬਦ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਗੁਜਰੀ ਅਤੇ ਅੰਗ 525 ਤੇ ਸੁਭਾਈਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਹਿਬ ਸਤਿਗੁਰੂ ਰਵਿਦਾਸ ਮਹਾਰਾਜ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਦੇ ਮਿਲਣ ਦੀ ਤਾਂਘ, ਦਰਸ਼ਨਾਂ ਦੀ ਭੁੱਖ ਹਿਰਦੇ ਵਿੱਚ ਹੈ ਤੇ ਸਾਹਿਬ ਦੇ ਚਰਨਾਂ ਦੀ ਦਰਸ਼ਨਾਂ ਦੀ ਅਭਿਲਾਸ਼ਾ ਨੂੰ ਲੈ ਕਰਕੇ ਸਤਿਗੁਰ ਸਾਨੂੰ ਸੰਸਾਰੀ ਜੀਵਾਂ ਨੂੰ ਗਿਆਨ ਬਖਸ਼ਦੇ ਹੋਏ ਸਾਹਿਬ ਦੇ ਹਿਰਦੇ ਤੋਂ ਬੋਲ ਪ੍ਰਗਟ ਹੁੰਦੇ ਨੇ। ਦੂਧ ਤਾਂ ਬਛਰੈ ਥਨੋਂ ਬਿਟਾਰਿਓ, ਫੂਲ ਭੰਵਰ ਜਲ ਮੀਨ ਬਿਗਾੜਿਓ। ਮਾਈ ਗੋਬਿੰਦ ਪੂਜਾ, ਗੋਬਿੰਦ ਪੂਜਾ ਕਹਾਂ ਲੈ ਚੜਾਵੋ। ਅਵਰ ਨਾ ਫੂਲ ਅਨੂਪ ਨਾ ਪਾਵੋਂ। ਰਹਾਉ। ਰਹਾਉ ਦੀ ਬਚਨਾਂ ਦੇ ਅੰਦਰ ਪਾਤਸ਼ਾਹ ਬਚਨ ਕਰਦੇ ਨੇ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ। ਐ ਮਾਂ, ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਪ੍ਰਭੂ ਗੋਬਿੰਦ ਦੀ ਪੂਜਾ ਦੇ ਵਾਸਤੇ, ਭੇਟਾ ਦੇ ਵਾਸਤੇ ਮੈਂ ਕਿਹੜੀ ਚੀਜ਼ ਭੇਟਾ ਕਰਾਂ, ਕਿਹੜੀ ਵਸਤੂ ਅਰਪਣ ਕਰਾਂ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵਾਂ। ਉਹ ਭੇਟਾ ਜਿਹੜੀ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਪ੍ਰਵਾਨ ਕਰ ਲੈਣ, ਪਰਮੇਸ਼ਰ ਖੁਸ਼ ਹੋ ਜਾਣ ਅਤੇ ਪਰਮੇਸ਼ਰ ਆਪਣਾ ਦੀਦਾਰ ਦੇ ਕੇ ਆਪਣੇ ਸੇਵਕ ਨੂੰ ਨਿਹਾਲ ਕਰ ਦੇਣ। ਮਾਈ ਗੋਬਿੰਦ ਪੂਜਾ, ਗੋਬਿੰਦ ਪਰਮ ਪਿਤਾ ਪਰਮੇਸ਼ਰ ਦੀ ਭੇਟਾ ਦੇ ਵਾਸਤੇ, ਪੂਜਾ ਦੇ ਵਾਸਤੇ ਕਿਹੜੀ ਵਸਤੂ ਭੇਟ ਕਰਾਂ, ਕਹਾਂ ਲੈ ਚੜਾਵੋਂ, ਕਿਹੜੀ ਚੀਜ਼ ਅਰਪਣ ਕਰਾਂ, ਭੇਟਾ ਕਰਾਂ। ਅਵਰ ਨਾ ਫੂਲ ਅਨੂਪ ਨਾ ਪਾਵੋਂ। ਐਸੀ ਸੁੱਚੀ ਪਵਿੱਤਰ ਸੋਹਣੇ ਫੁੱਲ ਪ੍ਰਾਪਤ ਨਹੀਂ ਹੁੰਦੇ। ਅਵਰ ਨਾ ਫੂਲ ਅਨੂਪ ਨਾ ਪਾਵੋ। ਸੁੰਦਰ ਤੇ ਸੁੱਚੀ ਪਵਿੱਤਰ ਫੁੱਲ ਭੇਟਾ ਕਰਨ ਲਈ ਸਮੱਗਰੀ ਹੈ ਨਹੀਂ। ਅਨੂਪ ਨਾ ਪਾਵਾਂ, ਪਰਮੇਸ਼ਰ ਤੇਰੇ ਚਰਨਾਂ ਦੇ ਭੇਟ ਕਰਨ ਯੋਗ ਨੇ, ਕਿਉਂਕਿ ਦੂਧ ਤਾਂ ਬਛਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾੜਿਓ। ਸਾਹਿਬ ਬਚਨ ਕਰਦੇ ਨੇ, ਅਸੀਂ ਸੰਸਾਰੀ ਜੀਵਾਂ ਨੂੰ ਦੇਖਦੇ ਹਾਂ ਕਿ ਪਰਮੇਸ਼ਰ ਤੇਰੇ ਦਰਸ਼ਨਾਂ ਦੀ ਅਭਿਲਾਸ਼ਾ ਲੈ ਕਰਕੇ ਤੇਰੇ ਚਰਨਾਂ ਦੇ ਅੰਦਰ ਫੁੱਲ ਮਲਾਵਾਂ ਭੇਟਾ ਕੀਤੀਆਂ ਜਾਂਦੀਆਂ ਨੇ, ਫੁੱਲ ਭੇਟਾ ਕੀਤੇ ਜਾਂਦੇ ਨੇ ਅਤੇ ਮਾਲਣ ਫੁੱਲਾਂ ਦੀ ਹਾਰ ਪਰੋਂਦੀ ਹੈ। ਅਤੇ ਪਾਤਸ਼ਾਹ ਕਹਿੰਦੇ ਨੇ, ਜਦੋਂ ਅਸੀਂ ਫੁਲਵਾੜੀ ਦੇ ਅੰਦਰ ਜਾਂਦੇ ਹਾਂ ਅਤੇ ਇੱਕ ਇੱਕ ਫੁੱਲ ਦੀ ਵਾਸ਼ਨਾ ਦੇ ਉੱਤੇ ਪਾਵਨ ਬਚਨ ਹਨ, ਅਲੀਅਲ ਗੁੰਜਾਤ ਹੈ ਫੂਲ ਭੰਵਰ। ਜਦੋਂ ਸੂਰਜ ਚੜ੍ਹਦਾ ਈ, ਸੂਰਜ ਦੀ ਟਿੱਕੀ ਭਾਵ ਰਾਤ ਖਤਮ ਹੁੰਦੀ ਅਤੇ ਦਿਨ ਦਾ ਸ਼ੁਰੂਆਤ ਹੁੰਦੀ ਹੈ, ਐਸਾ ਸਮਾਂ ਹੁੰਦਾ ਈ ਅੰਮ੍ਰਿਤ ਵੇਲੇ ਦਾ, ਫੁੱਲ ਖਿੜਦੇ ਨੇ, ਸੁਗੰਧੀ ਵਾਸ਼ਨਾ ਜਦੋਂ ਪ੍ਰਗਟ ਹੁੰਦੀ ਏ। ਅਲੀਅਲ ਗੁੰਜਾਤ ਹੈ, ਭੰਵਰਾ ਜਿਹੜਾ ਗੂੰਜਾ ਪਾ ਦਿੰਦਾ ਹੈ, ਦੁਹਾਈ ਪਾ ਦਿੰਦਾ, ਕਿਉਂਕਿ ਉਹਨੂੰ ਵਾਸ਼ਨਾ ਆ ਜਾਂਦੀ ਏ। ਅਤੇ ਪਾਤਸ਼ਾਹ ਕਹਿੰਦੇ ਨੇ, ਫੂਲ ਭੰਵਰ, ਫੁੱਲ ਦੀ ਵਾਸ਼ਨਾ ਦੀ ਪ੍ਰਾਪਤੀ ਲਈ ਭੰਵਰਾ ਨੱਠਾ ਹੀ ਜਾਂਦਾ ਹੈ। ਅਤੇ ਸੁਗੰਧੀ ਸਭ ਤੋਂ ਪਹਿਲਾਂ ਭੰਵਰਾ ਲੈ ਲੈਂਦਾ ਹੈ, ਭਾਵ ਫੁੱਲ ਨੂੰ ਜੂਠਾ ਕਰ ਦਿੰਦਾ ਹੈ। ਸਾਹਿਬ ਦੇ ਬਚਨ ਨੇ, ਫੂਲ ਭੰਵਰ ਜਲ ਮੀਨ ਬਿਗਾੜਿਓ। ਅਤੇ ਸਤਿਗੁਰੂ ਤੁਹਾਡੇ ਚਰਨਾਂ ਵਿੱਚ ਜਲ ਪਾਣੀ ਭੇਟਾ ਕੀਤਾ ਜਾਂਦਾ ਹੈ, ਇਸ਼ਨਾਨ ਕਰਵਾਏ ਜਾਂਦੇ ਨੇ। ਜਲ ਦੇ ਅੰਦਰ ਅਨੇਕਾਂ ਜੀਵ ਜੰਤੂ ਨੇ। ਮੱਛੀ ਪਾਣੀ ਦੇ ਵਿੱਚ ਪੈਦਾ ਹੁੰਦੀ ਹੈ ਅਤੇ ਪਾਣੀ ਵਿੱਚ ਸਦੀਵ ਰਹਿੰਦੀ ਹੈ, ਉਹਦਾ ਪਾਣੀ ਹੀ ਜੀਵਨ ਹੈ।
पानी विच ही मल मूत्र करदी, इसलिए पानी जिहड़ा है वो मच्छी ने जूठा कर दिता है। पावन बचन हन 42 जीव 42 लख जीव जल में रहती बीठल पहला काहे करो। परमेश्वर तेरे चरणों विच ये जिहड़ा पानी है ये तो 42 लख जूना ये प्रवेश करदियां ने, सਦੀव रहिंदियां ने। इसलिए जल मीन बिगाड़ियो, पानी जिहड़ा मच्छी ने जूठा कीता है, परमेश्वर तुहाडे चरनां विच भेटा करन योग नहीं। तो जदों असीं देखदे हां संसारी जीव माया भी दुनिया के अंदर जिहड़ा जीव ही उहदा व्यवहार माया है, बोली माया है, सुनदा माया है। इसलिए जिहड़ा जीव है वो माया वही पदार्थों की भेटा तुहाडे चरनां विच भेटा करदा, महंगियां तो महंगियां वस्तां भेटा करदा है। पर माया वही पदार्थों के नाल असीं संसार की खुशी तो लै सकते हाँ। निरंकार परम पिता परमेश्वर के चरणों विच ये दिखावे की कौडी भी मुल नहीं। इसीलिए सह बचन करते हैं भाई साहब भाई गुरदास जी, भावनी भगत भाई कौडी अगर भाग रखे, शरधा भावना की भेटा की हुई कौडी प्रवान है। धन सतगुरु रविदास महाराज जी के वचन हैं, आपन वापै नाही किसी को, परम पिता परमात्मा अकाल पुरख किसी दी प्यू दा बै खरीद नहीं है। भावन को हर राजा उते शरधा भावना का भुखा है, प्रीत का भुखा है। वो दिखावे दे विच कदे भी प्रसन्न नहीं हुंदा। ते संसार जिहड़ा अनेकां यतन करदा है, उत्थे ते पातशाह कहंदे ने पूजा अर्चा बंधन डंडौत खट कर्मा रत रहता, हों करत बंधन मैं भरिया नह मिलिए ये जुगता। पूजा अर्चा संसारी माया बई पदार्थों के नाल अनेकां तरह के नाल पूजा करदा है, भेटावां भेटा करदा है। पूजा अर्चा बंधन डंडौत अनेकां तरह दीयां सतगुर के चरणों में डंडौतां हुंदियां ने, साधन तरीके वरते जाते हैं। खट कर्म 6 कर्म विद्या पढ़नी पढ़ाउणी दान देना ते लेना जग करना ते कराउणा। पूजा अर्चा बंधन डंडौत खट कर्मा 6 कर्म भी करता है। खट कर्मा रत रहता रंगिया ही रहिंदा है, इन्हां विच मस्त ही रहिंदा है। पातशाह कहंदे ने हों करत बंधन मैं भरिया, ते नाले हौमे प्रगट हो जाती है। मैं तो बड़ियां भेटावां भेटा कीतियां ने, मैं तो बड़ी सतगुरु के चरणों में पदार्थ भेटा कीते ने, हौमे का रोग लग जाता है। पूजा अर्चा बंडन डंडौत मैं तो 41 दिन भगती की, मैं तो 1.25 साल भुखिया रह के बंदगी की। पातशाह इसलिए कहते हैं 6 कर्म भी किए ने, पर वो हौमे का कारण बन गया ना। मैं तो अनेकां वारी 40 वारी तीर्थ जाया हाँ, तो अज करोना महामारी फैली है, तो साध संगत जी अनेकां संगतां ने परम पिता परमेश्वर की खुशी लईए अनेकां तरह के नाल सेवावां करके, ते नाल हौमे भी सामने है। असीं इन्ने दिन सेवा की, असीं आ कुछ किया है। तो पातशाह कहते हैं जिहड़ा कुरुता बीज बीजे नहीं जम्मे, धरती की रुत हुंदी बीज बीजण दी, ते रुत्ती हूँ रुत होए। वो बीज जिहड़ा बीजिया जाना है वो धरती की तह दे विच जाना चाहिए। उहदे उत्ते मिट्टी अक्सर असीं जदों बीज बीजते हाँ, जिमींदार हल पाउंदे ने ते सियाड़ दे अंदर बीज बोया जांदा ते सुहागा मार के बीज लुकोया जांदा है। फिर बीज पुंगरदा है, उहनूं रस मिलदा है, धरती चों खुराक मिलदी है, फिर उहनूं फल लगदा है, पकदा है, फिर उहदी कीमत पैंदी है। जेकर बीज उपर रह जाए, भाव धरती की सुहागी उपर रह जाए मिट्टी दे, वो पुंगर ते पैंदा ही, हवा ना हिल जाता है, ताकत नहीं बनती, तो उन्होंने बीज नहीं पैंदा, उसकी कोई कीमत नहीं पैंदी। इस तरह असीं संसारी जीव जदों अपनी कीती हुई सेवा दिखावा कर देंदे हैं। पातशाह कहंदे ने पूजा अर्चा बंधन डंडौत खट कर्मा रत रहता, अनेकां कर्म कीते ने, हों करत हौमे आ गई भी मैं बड़ी सेवा कर ली, मैं तो बड़ियां भटियावां दे दित्तियां ने। ते पातशाह कहंदे ने हौमे दे बंधन विच बन्निया गया है। हौमे नामै नाल विरोध है, हंकार दा ते सच दा विरोध है। जिथे सच परमात्मा उत्थे हौमे टिक नहीं सकता। वस्तु अंदर वस्त समावै दूजी होवे पास। इसलिए पातशाह कहंदे ने हौमे वाले नूं परमेश्वर अपने चरनां विच थां नहीं दिंदा। इसलिए पातशाह कहंदे ने हों करत बंधन मैं भरिया, बंधन विच संसार की वडियाई दे अंदर ही सत्संग दी
अपनी कीती हुई जिहड़ी सेवा है वो गवा बैठदा है। हों करत बंधन मैं भरिया नह मिलीए ये जुगता। साहब कहंदे ने इस जुगती नाल भी इस ढंग नाल परमेश्वर परम पिता परमेश्वर की प्राप्ति नहीं हुंदी। इसलिए साध संगत जी दूसरा जिहड़ा धर्म का दरवाजा है, धर्म का दरवाजा ਉਹਦੀ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਗੁਰ ਪ੍ਰਸਾਦ, ਧਰਮ ਦੇ ਦਰਵਾਜ਼ੇ ਨੂੰ ਖੋਲ੍ਹਣ ਲਈ ਗੁਰੂ ਦੇ ਪ੍ਰਸਾਦ ਰੂਪੀ ਆਪਾਂ ਨੂੰ ਚਾਬੀ ਚਾਹੀਦੀ ਹੈ। ਅਤੇ ਉਹ ਚਾਬੀ ਜਿਹੜੀ ਹੈ ਸਾਧ ਸੰਗਤ ਗੁਰੂ ਦੀ ਭਾਵ ਇਸ਼ਟ ਨੂੰ, ਆਪਣੇ ਮੁਰਸ਼ਦ ਨੂੰ, ਖੁਸ਼ੀ ਨੂੰ ਲੈ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਮੁਰਸ਼ਦ ਨੂੰ ਕਿਵੇਂ ਖੁਸ਼ ਕੀਤਾ ਜਾਣਾ ਹੈ ਅਤੇ ਸਾਧ ਸਿੰਘ ਉਹਦੇ ਲਈ ਪਾਤਸ਼ਾਹ ਕਹਿੰਦੇ ਨੇ ਮਨ ਅਰਪੋਂ ਤਨ ਰਾਖੋਂ ਆਗੀ, मन की मत मुह मुह सगल त्यागे। उत्थे ते सतगुर के चरणों अंदर अपनी मत छड्डनी पवेगी, मन सतगुर के चरणों में भेटा करना पवेगा। उत्थे ते पातशाह के वचन ने दर्शन की मन आस गणीरी, पाए लगो मोए करो बेनंती, पाए लगो मोहे करों बेनंती। उत्थे ते सतगुर के चरण परसे जाने ने, उत्थे ते शरधा भावना, समर्पित भावना, उसे नूं सतगुरु दास महाराज वचन करते ने जीवत मुकंदे मरत मुकंदे, तां के सेवक को सदा आनंदी। उस अवस्था में साहब कहते ने अपना आपा भेटा करना पैना है, अपने आहोमे नूं छड्डना पैना, त्यागना पैना है, तो अपने आप नूं समर्पित होना पैना है। फिर पातशाह कहते हैं जीवत मुकंदे, जीवत भा तो मुरदा हो के सतगुर के चरणों का आशीर्वाद प्राप्त करना पैना है, ताकि सेवक को सदा आनंदी। ऐसे सेवक नूं फिर परम पिता परमेश्वर मुरशद जदों खुश होंदा है फिर सदैवी आनंद बख्श दिंदा है। पातशाह कहते हैं ताकि सेवक को सदा आनंदी, मुकंद मुकंद हमारे प्राणं। इसलिए मुक्ति का दाता साडे श्वासां विच वस गया है। जप मुकंद मस्तक नी सानंग, जिहड़े जपदे ने उन्हां दे मस्तक दसदा है कि ये गुरु चरणों में झुकिया होया है। इसलिए सतगुरु के वचन आखदे ने कि कहाँ भैओ जो तन भैओ छिन छिन, प्रेम जाई तो डर पै तेरो जन। परमेश्वर तुहाडे दर्शनां की अभिलाषा लैके मैं शरीर टुकड़े टुकड़े हुंदा ते हो जाए, कोई डर नहीं लगता है। इसलिए साध संगत जी साहब के वचन ने मरना कबूल लह जीवन दियां छड्ड दे आसां, मरना कबूल लह जीवन दियां छड्ड दे आसां। पहला मरण कबूल कर, पहला मरण कबूल कर, जीवन दी छड्ड आस। होए सबन की रेण का, हो सबन की रेण का, तो आओ हमारे पास जीवन दियां छड्ड दे आसां। मरना कबूल लह जीवन दियां छड्ड दे आसां। जाओ तो प्रेम खिलन का चाऊ, जाओ तो प्रेम खिलन का चाऊ। सिर तर तली गली मेरी आओ, जीवन दियां छड्ड दे आसां। मरना कबूल लह जीवन दियां छड्ड दे आसां। कहाँ पयो जो तन पयो छिन छिन, कहाँ पयो जो तन पयो छिन छिन। प्रेम जाए तो डर पै तेरो जन, जीवन दियां छड्ड दे आसां। मरना कबूल लह जीवन दियां छड्ड दे आसां। तुझे चरण अरविंद भवन मन। साहब गुरु दास पातशाह ते वचन करते हैं परमेश्वर तेरी कमल रूपी चरणों के विच मैनू टिकाणा मिल गया है। तुझे चरण अरविंद भवन मन पान करत पायो। सिमरन सदका परमेश्वर ये आसन ये टिकाणा प्राप्त होया। पायो रमैया धन ये सिमरन सदका ही परमेश्वर तेरी प्राप्ति हुई। इसलिए दूध तां बछड़ा थनों बटारियो। परमेश्वर दुध जिहड़ा जदों असी संसारी जीवन ने प्राप्त करना हुंदा है, वो सब तो पहलां जदों असी चाहुंदे आ, गऊ नूं चाहुंदे तां बच्छा जूठा कर दिंदा है, मझ नूं चाहुंदे तां कट्टा जूठा कर दिंदा है। तो साध संगत जी वो पातशाह कहते दूध मेरे सामने दुध जूठा है तो मैं किवें पातशाह जूठी ते अपवित्र जिहड़ी पदार्थ आ वो तुहाडे चरणों में किवें भेटा कर सकदा, तुहानूं किवें चढ़ा सकदा। दूध तां बछड़ा है
ਥਨੋਂ ਬਿਟਾਰਿਓ, ਦੁੱਧ ਥਣਾ ਵਿੱਚ ਹੀ ਬੱਚਾ ਜੂਠਾ ਕਰ। ਪ੍ਰਾਪਤੀ ਸਮੇਂ ਹੀ ਜੂਠਾ ਹੋ ਜਾਂਦਾ ਹੈ। ਫੂਲ ਭਵਰ, ਫੁੱਲ ਜਦੋਂ ਖਿੜਦਾ ਹੈ ਸਭ ਤੋਂ ਪਹਿਲਾਂ ਭਵਰਾ ਬਾਸ਼ ਲੈ ਲੈਂਦਾ ਹੈ, ਇਸ ਲਈ ਭਵਰੇ ਨੇ ਜੂਠਾ ਕਰ ਦਿੱਤਾ ਹੈ। ਜਲ ਮੀਨ ਵਿਗਾੜਿਓ, ਪਾਣੀ ਜਿਹੜਾ ਹੈ ਮੱਛੀ ਨੇ ਜੂਠਾ ਕਰ ਦਿੱਤਾ ਹੈ। ਤੇ ਪਾਤਸ਼ਾਹ ਕਹਿੰਦੇ ਨਹੀਂ, ਮਾਏ ਗੋਬਿੰਦ ਪੂਜਾ। ਇਹ ਭਾਈ ਪਰਮ ਪਿਤਾ ਪਰਮੇਸ਼ਰ ਸਤਿਗੁਰੂ ਦੱਸੋ ਤਾਂ ਸਹੀ, ਮੈਂ ਕਿਵੇਂ ਤੁਹਾਡੀ ਪੂਜਾ ਕਰਾਂ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਕਿਹੜੀ ਸੁੱਚੀ ਤੇ ਪਵਿੱਤਰ ਭੇਟਾ ਤੁਹਾਡੇ ਚਰਨਾਂ ਵਿੱਚ ਭੇਟਾ ਕਰਾਂ ਜਿਹੜੀ ਪ੍ਰਵਾਨ ਹੋ ਜਾਏ। ਕਹਾਂ ਲੈ ਚੜਾਵੋ, ਅਵਰ ਨਾ ਫੂਲ, ਸੁੱਚੀ ਤੇ ਪਵਿੱਤਰ ਫੁੱਲ ਪ੍ਰਾਪਤ ਨਹੀਂ ਹੋ ਸਕਦੀ। ਅਵਰ ਨਾ ਫੂਲ, ਅਨੂਪ ਨਾ ਭਾਵੋ, ਤੁਹਾਡੇ ਭੇਟਾ ਕਰਨ ਦੇ ਯੋਗ ਨਹੀਂ ਹਨ, ਕਿਉਂਕਿ ਅਪਵਿੱਤਰ ਨੇ, ਝੂਠੇ ਨੇ, ਤੇ ਸੁੱਚੇ ਪਵਿੱਤਰ ਸੁੱਚੀ ਸਮੱਗਰੀ ਮਿਲ ਨਹੀਂ ਸਕਦੀ। ਅਵਰ ਨਾ ਫੂਲ ਅਨੂਪ ਨਾ ਪਾਵੋ, ਫਿਰ ਪਰਮੇਸ਼ਰ ਜੇ ਸੁੱਚੀ ਤੇ ਪਵਿੱਤਰ ਸਮੱਗਰੀ ਮਿਲ ਨਹੀਂ ਸਕਦੀ, ਫਿਰ ਕੀ ਮੈਨੂੰ ਤੁਹਾਡੇ ਦਰਸ਼ਨ ਨਹੀਂ ਹੋਣ। ਅਨੂਪ ਨਾ ਪਾਵੋ, ਤੁਹਾਨੂੰ ਮੈਂ ਪਾ ਨਹੀਂ ਸਕਾਂਗਾ, ਤੁਹਾਡੀ ਪ੍ਰਾਪਤੀ ਨਹੀਂ ਹੋਊ, ਤੁਹਾਡੇ ਦਰਸ਼ਨ ਨਹੀਂ ਕਰ ਸਕਾਂਗਾ, ਤੁਹਾਡੀ ਚਰਨਾਂ ਵਿੱਚ ਪ੍ਰਵਾਨ ਨਹੀਂ ਹੋ ਸਕਾਂਗਾ। ਰਾਹੂ ਦੀਆਂ ਪੰਕਤਾਂ ਨੇ। ਅੱਗੇ ਪਾਤਸ਼ਾਹ ਬਚਨ ਕਰਦੇ ਜਿਹੜੇ ਸੰਸਾਰ 'ਤੇ ਦੇਖਿਆ, ਸੰਸਾਰੀ ਜੀਵ ਪਰਮੇਸ਼ਰ ਨੂੰ ਖੁਸ਼ ਕਰਨ ਲਈ ਚੰਦਨ ਦੀ ਸੁਗੰਧੀਆਂ ਭੇਟਾਵਾਂ ਕਰਦੇ ਨੇ, ਸੁਗੰਧਿਤ ਵਸਤੂਆਂ ਲਿਆਉਂਦੇ ਨੇ, ਜਿਨ੍ਹਾਂ ਵਿੱਚ ਸਭ ਤੋਂ ਉੱਤਮ ਚੰਦਨ ਨੂੰ ਮੰਨਿਆ ਜਾਂਦਾ ਹੈ। ਅਤੇ ਸਤਿਗੁਰੂ ਦਾਸ ਮਹਾਰਾਜ ਜੀ ਦੇ ਬਚਨ ਹਨ, ਮੈਲਾ ਗਰ ਬੀਰੀ ਹੈ ਭੁਯੰਗਾ, ਬਿਖ ਅੰਮ੍ਰਿਤ ਵਸੈ ਇੱਕ ਸੰਗਾ। ਚੰਦਨ ਜਿਹੜਾ ਸੀਤਲ ਏ, ਉਹਦੇ ਵਿੱਚ ਅੰਮ੍ਰਿਤ ਹੈ, ਸੁਗੰਧੀ ਹੈ, ਸੀਤਲਤਾ ਹੈ, ਪਰ ਪਾਤਸ਼ਾਹ ਕਹਿੰਦੇ ਨੇ ਬੀਰੀ ਹੈ ਭੁਅੰਗਾ, ਹਰ ਡਾਲੀ ਦੇ ਉੱਤੇ ਜ਼ਹਿਰੀਲਾ ਸੱਪ ਲਿਪਟਿਆ ਹੋਇਆ ਹੈ। ਜਿਹੜਾ ਜ਼ਹਿਰੀਲਾ ਸੱਪ ਹੈ ਉਹ ਜ਼ਹਿਰ ਉਗਲਦਾ ਹੈ, ਅਤੇ ਜ਼ਹਿਰ ਜਿਹੜੀ ਹੈ ਸਾਡੇ ਸਾਹਮਣੇ ਉਹ ਚੰਦਨ ਨੂੰ ਛੂੰਹਦੀ ਹੈ ਅਤੇ ਚੰਦਨ ਨੂੰ ਜੂਠਾ ਕਰ ਦਿੰਦੀ ਹੈ। ਭਾਵੇਂ ਲੱਖਾਂ ਵਾਰੀ ਧੋ ਲਈਏ, ਧੋਤੈ ਮੈਲ ਨਾ ਉਤਰੈ ਜੀ ਸੌ ਧੋਵਾਂ ਤਿਸ, ਅਨੇਕਾਂ ਵਾਰੀ ਧੋ ਲਈਏ ਫੇਰ ਵੀ ਜੂਠ ਨਹੀਂ ਉਤਰਦੀ। ਇਸ ਲਈ ਜਿਹੜਾ ਜ਼ਹਿਰੀਲੀ ਸੱਪ ਨੇ ਉਹਨੇ ਜ਼ਹਿਰ ਉਗਲ ਕੇ ਚੰਦਨ ਨੂੰ ਜੂਠਾ ਕਰਦਾ। ਬਿਖ ਅੰਮ੍ਰਿਤ, ਭਾਵੇਂ ਚੰਦਨ ਜਿਹੜਾ ਹੈ ਅੰਮ੍ਰਿਤ ਹੀ, ਸੀਤਲ ਹੀ, ਠੰਡਾ ਹੈ, ਅਤੇ ਪਾਤਸ਼ਾਹ ਕਹਿੰਦੇ ਨੇ ਉਹਦੇ ਉੱਤੇ ਜ਼ਹਿਰ ਹੈ ਸੱਪ ਦੀ, ਇਸ ਲਈ ਚੰਦਨ ਨੂੰ ਸੱਪ ਨੇ ਜ਼ਹਿਰ ਨਾਲ ਜੂਠਾ ਕਰ ਦਿੱਤਾ, ਜ਼ਹਿਰ ਉਗਲ ਦਿੱਤੀ ਹੈ। ਮੈਲਾ ਗਰ ਬੀਰੀ ਹੈ ਭੁਯੰਗਾ, ਬਿਖ ਅੰਮ੍ਰਿਤ, ਜ਼ਹਿਰ ਅਤੇ ਅੰਮ੍ਰਿਤ ਇੱਕ ਜਗ੍ਹਾ ਵਸਦੇ ਆ। ਬਿਖ ਅੰਮ੍ਰਿਤ ਵਸੈ ਇੱਕ ਸੰਗਾ। ਅੱਗੇ ਪਾਤਸ਼ਾਹ ਕਹਿੰਦੇ ਜਦੋਂ ਦੇਖਦੇ ਹਾਂ ਸੰਸਾਰੀ ਜੀਵ ਅਨੇਕਾਂ ਸਮੱਗਰੀਆਂ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਦਿਖਾਉਂਦੇ ਹਨ, ਧੂਪ ਕਰਦੇ ਹਨ। ਪਾਤਸ਼ਾਹ ਕਹਿੰਦੇ ਨੇ ਮੈਲਾ ਗਰ ਬੀਰੀ ਹੈ ਭੁਯੰਗਾ, ਬਿਖ ਅੰਮ੍ਰਿਤ ਵਸੈ ਇੱਕ ਸੰਗਾ। ਧੂਪ ਦੀਪ, ਧੂਪ ਦਿਖਾਉਂਦੇ ਨੇ ਅਤੇ ਦੀਪਕ ਭਾਵ ਚਿਰਾਗ ਜਗਾਉਂਦੇ ਨੇ। ਧੂਪ ਦੀਪ ਨਹੀਂ ਵੇਦ, ਮਨੁੱਖ ਜਿੰਨੇ ਵੀ ਪ੍ਰਸਾਦ ਆਪ ਤਿਆਰ ਕਰਦਾ ਹੈ ਉਹਨੂੰ ਕਹਿੰਦੇ ਨੇ ਨੈਵੇਦ ਪ੍ਰਸਾਦ। ਜਿਹੜੀ ਮਨੁੱਖ ਦੀ ਆਪਣੀ ਤਿਆਰ ਕੀਤੀ ਹੋਈ ਪ੍ਰਸਾਦ, ਗੁਰੂ ਕਾ ਲੰਗਰ, ਅਨੇਕਾਂ ਸਮੱਗਰੀਆਂ ਜਿਹੜਾ ਮਨੁੱਖ ਆਪ ਤਿਆਰ ਕਰਦਾ ਉਹਨੂੰ ਕਹਿੰਦੇ ਨੈਵੇਦ ਪ੍ਰਸਾਦ। ਪਾਤਸ਼ਾਹ ਕਹਿੰਦੇ ਨੇ ਧੂਪ, ਜਦੋਂ ਇਹ ਜੀਵ ਧੂਪ ਦਿਖਾਉਂਦਾ ਹੈ ਸਭ ਤੋਂ ਪਹਿਲਾਂ ਸੁਗੰਧੀ ਆਪ ਲੈ ਲੈਂਦਾ ਹੈ। ਜਦੋਂ ਚੰਦਨ ਰਗੜਦਾ ਹੈ ਅਤੇ ਸਭ ਤੋਂ ਪਹਿਲਾਂ ਸੁਗੰਧੀ ਉਹਦੀ ਵਾਸ਼ਨਾ ਆਪ ਲੈਂਦਾ ਹੈ। ਧੂਪ ਦੀਪ, ਜਦੋਂ ਚਿਰਾਗ ਜਗਾਉਂਦੇ ਹਾਂ ਅਤੇ ਸਭ ਤੋਂ ਪਹਿਲਾਂ ਉਹਦੇ ਜਿਹੜੀ ਲਾਈਟ ਹੈ, ਰੋਸ਼ਨੀ ਆ, ਉਹਦੇ ਵਿੱਚੋਂ ਜਿਹੜੀ ਸੁਗੰਧੀ ਪੈਦਾ ਹੁੰਦੀ ਹੈ, ਦੇਸੀ ਘੀ ਦਾ ਚਿਰਾਗ ਜਗਾਓ ਉਹਦੇ ਵਿੱਚ ਸੁਗੰਧੀ ਪੈਦਾ ਹੁੰਦੀ, ਉਦੋਂ ਪਹਿਲਾਂ ਜਿਹੜਾ ਦੀਪ ਜਗਾਉਂਦਾ ਉਹ ਸੁਗੰਧੀ ਪ੍ਰਾਪਤ ਕਰ ਲੈਂਦਾ। ਇਸ ਲਈ ਪਾਤਸ਼ਾਹ ਧੂਪ ਦੀਪ ਨੈਵੇਦਾਂ, ਨੈਵੇਦ ਪ੍ਰਸਾਦ ਜਿਹੜੇ ਮਨੁੱਖ ਨੇ ਆਪ ਤਿਆਰ ਕੀਤੇ ਨੇ ਪਰਮੇਸ਼ਰ ਤੁਹਾਡੇ ਚਰਨਾਂ ਵਿੱਚ ਭੇਟਾ ਕਰਨ ਲਈ। ਨੈਵੇਦਾਂ ਵਾਸਾ, ਸਭ ਤੋਂ ਪਹਿਲਾਂ ਉਹਨਾਂ ਨੂੰ ਤਿਆਰ ਕਰਨ ਵਾਲਾ ਵਾਸ਼ਨਾ ਸੁਗੰਧੀ ਆਪ ਲੈ ਲੈਂਦਾ ਹੈ, ਜੂਠਾ ਹੋ ਜਾਂਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੈਵੇਦਾਂ ਵਾਸਾ, ਕੈਸੇ ਪੂਜ ਕਰਹਿ ਤੇਰੀ ਦਾਸਾ। ਫਿਰ ਪਰਮੇਸ਼ਰ ਮੈਂ ਤੁਹਾਡੀ ਪੂਜਾ ਕਿਵੇਂ ਕਰਾਂ, ਕਿਹੜੀ ਭੇਟਾ ਤੁਹਾਡੇ ਚਰਨਾਂ ਵਿੱਚ ਚੜਾਵਾਂ ਜਿਹੜੀ ਪ੍ਰਵਾਨ ਹੋ ਜਾਵੇ। ਕੈਸੇ ਪੂਜ ਕਰਾਂ ਤੇਰੀ, ਮੈਂ ਦਾਸ ਸੇਵਕ ਤੁਹਾਡੇ ਚਰਨਾਂ ਦੀ ਪੂਜਾ ਕਿਵੇਂ ਕਰਾਂ। ਕੈਸੇ ਪੂਜ ਕਰਾਂ ਤੇਰੀ ਦਾਸਾ। ਅਤੇ ਪਾਤਸ਼ਾਹ ਫਿਰ ਸਾਧ ਸੰਗਤ ਜੀ ਜਦੋਂ ਪਰਮੇਸ਼ਰ ਦੇ ਚਰਨਾਂ ਵਿੱਚ ਐਸੀ ਲਿਵ ਲੱਗੀ, ਸਾਧ ਸੰਗਤ ਦੀ ਬਿਰਤੀ ਜੁੜੀ, ਅਤੇ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਆਪ ਮਿਹਰਾਮਤ ਕਰਦੇ ਨੇ। ਅਤੇ ਸਾਧ ਸੰਗਤ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ। ਇਹ ਸੰਸਾਰ ਰੂਪੀ ਨਗਰ ਦੇ ਲੋਕੋ ਮੇਰੀ ਅਖੌਤੀ ਜਾਤ ਚਮਾਰ ਹੈ। ਅਤੇ ਚਮਾਰ ਜਿਹੜਾ ਇਹ ਸਮੇਂ ਦੇ ਧਰਮ ਅਨੁਸਾਰ ਨਾ ਬੰਦਗੀ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ, ਨਾ ਵਿਦਿਆ ਪੜ੍ਹ ਸਕਦਾ ਹੈ, ਅਤੇ ਨਾ ਸੁਣ ਸਕਦਾ ਹੈ, ਨਾ ਕੋਈ ਧਾਰਮਿਕ ਕਰਮ ਕਰ ਸਕਦਾ ਹੈ। ਪਾਬੰਦੀਆਂ ਨੇ, ਅਤੇ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਹੁਣ ਤਾਂ ਦੂਰ ਦੀ ਗੱਲ ਹੈ।
पर पातशाह कहते ने की कीता जाए, मेरी अखौती जात चमार है, संसार रूपी नगर दे लोको ध्यान ना सुनो, हृदय राम। पर की कीता जावे, मेरे हिरदे विच कण कण विच जिहड़ा रमिया होया परमेश्वर आ, वो मेरे हिरदे विच वसिया होया है, मेरे रों रों विच वसिया होया। हृदय राम गोबिंद गुण सारंग, परमेश्वर जिहड़ा गुणां दा समुंदर आ, वो तो एक चश्मे की तरह मेरे हिरदे विचों बाणी के रूप अंदर भाव बोली के अंदर प्रगट हो रहा है। हुण रोकिया भी रुकदा नहीं, की कीता जाए। परमेश्वर आप प्रगट हो गया है बाणी के रूप अंदर, शब्द के रूप अंदर। हुण मैं बोल रहा हाँ तो साध संगत फिर आवाज़ आई, हृदय राम गोबिंद गुण सारंग। गुण जिहड़े रबी गुण बाणी के रूप अंदर सतगुरु पातशाह बोलते हैं, की कहते हैं, जदों अकाल पुरख ने आप किरपा की गुणां दे समुंदर, गुण निधान परम पिता परमेश्वर की कीता। कहते तन मन अर्पों पूज चढ़ावो, तन मन अर्पों पूज चढ़ावो, गुर प्रसाद निरंजन पावों। हे परम पिता परमेश्वर, तू किरपा की मैनूं सोच ही दी, इसलिए मैं परमेश्वर तुहाडे चरनां विच अपना तन सेवा लई ते मन सिमरन लई भेटा करदा, अर्पण करदा हाँ। गज के आखू सतनाम श्री। तन मन अर्पों पूज चढ़ावों, परमेश्वर मैं तुहाडे चरनां विच अपना तन ते मन भेटा करदा हाँ। कोई फुੱਲ चढ़ाउंदा, कोई दुੱਧ चढ़ाउंदा है, ते कोई अनेकां तरह ਦੀਆਂ महंगियां महंगियां वस्तुआं पदार्थ तुहाडे विच चरनां विच चढ़ाउंदा है, पर मैं तां सब तो सुच्चा ते पवित्र ये परमेश्वर तेरा जिहड़ा बख्शिया होया मन है, ਉਹਦੇ ਨਾਲ सिमरन जिहड़ा है, शुभ विचार, शुभ तेरे गुणां दा सिमरन दा खजाना जिहड़ा नाम दी जिहड़ी तेरी पूंजी आ, वो तेरे चरनां विच भेटा करदा हाँ। तन करके ये मनुखता दी सेवा भाव पढ़ी है, गुणी है, नाम सब सुनी अपनी ते मनुखता दी भलाई लई माधु अविद्या हितकीन जिहड़ा अज्ञान ज्ञान रूपी दीवा धुंधला हो चुका है, वो ज्ञान दा भंडार भाव बाणी संसार नूं विद्या पढ़ा रहा हाँ। तो पातशाह सेवा भाव इहो ही अपनी ते मनुखती दी भलाई है, जिहड़ी संसार दे उत्ते नाम तेरी की जोत जगाई लगाई भई उजियारू, जिहदे नाल संसार दे उत्ते अज्ञानता दा नाश होना है, विकारां दा भरमां दा नाश होना है। इसलिए पातशाह कहंदे ने उपजिओ ज्ञान हुआ प्रगट। परमेश्वर हुण तेरी किरपा ते मेरे हिरदे विचों ज्ञान प्रगट हो गया है, भाव विद्या गुरमुखी अखर सतगुरां ने तरताड़ अपवित्र कर मानीए री। ताड़ी का दरख्त जिहड़ा सब तो अपवित्र मन्निया जाता है, चमार शूदर जिहदे तो परछावें दुनिया भेट आउंदी है, ते सतगुरां ने ताड़ी दे दरख्त दे पत्तियां दे उत्ते गुरमुखी अखर लिख के संसारी जीवन जदों पढ़ा दिते, ते सासरी बनाहर दी धरती जिहड़े पंडित लोग परछावें तो पिट मानते सन, साहब के बचन ने अब विपर प्रधान करे नंडाओ, तेरे नाम सरनाई रविदास दासान दास। दासां दे दास रविदास दी चरणां विच दासा भाव धर के मन्ने परमन्ने पंडित विद्वान तेरे दास रविदास के चरणां विच आके नमस्कार करते हैं, अरे परमार्थ की सिक्ख्या लै ग्रहण करते हैं। ये परमात्मा तू मैनूं ज्ञान बख्शिया है, इसलिए वो जिहड़ा ज्ञान का भंडार आ खजाना मेरे हिरदे विचों प्रगट हो गया है। इसलिए तन मन अर्पों, परमेश्वर मैं तन करके सेवा मन करके सिमरन तुहाडे चरनां विच, जिहनूं पातशाह कहंदे ने मेरी पूंडी राख मुरार। हों वणजारू राम को सहज करूँ, मैं परमेश्वर सहज अवस्था विच कोई झूठ फरेब बेईमानियां नहीं, मेरे को सच्चा सौदा है, सच्चा नाम का भंडार है, बाणी का भंडार है, विद्या का भंडार है। वो विद्या जिन्होंने पातशाह कहते ने विद्या विचारी तां परोपकारी, विद्या का ग्रहण करके ही ये संसार का पार उतारा होना है। इसलिए विद्वान पुरुषों के बचन ने तब लग विद्या कौ पढ़ो, जब लग घट मैं ज्ञान तहाँ धनी पहुँचे नहीं, जहाँ पहुँचे विद्वान, जिथे धनी लोग अनेकां पदार्थ भेटावां दिंदे ने वो नहीं पहुँच सके, उत्थे साहब सतगुरु रविदास परमेश्वर का स्वरूप वो निबड़ते हैं। उसे नूं साहब के बचन ने सब को तेरे बस अगम अगोचरा, हे परम पिता परमेश्वर अकाल पुरख सारा संसार ही तेरे बस विच है, तू इंद्रियां तो परे है, साडी सोच तो परे है परमेश्वर, सबको तेरे बस अगम अगोचरा, तू भगतां के बस भगतां ताण तीरा। साहब गुरु अर्जन देव वचन करते हैं, ही परम पिता परमेश्वर तू इंद्रियां तो परे है, सोच तो परे है, तो इसलिए तू भगतां के बस, तू तो अपने प्यारियां दे बस विच है, भगतां ताण, क्योंकि उन्होंने तेरी बल है, तेरी ताकत है, तेरा हथ है। उत्थे साहब सतगुरु श्री गुरु
अर्जन देव जी के बचन हैं, सिमरत वेद पुराण पुकारन पूथियाँ। 27 सिमरतियाँ, 4 वेद, 18 पुराण। सिमरत वेद पुराण पुकारन पूथियाँ। होर सारे धार्मिक ग्रंथ धार्मिक पुस्तकां इक्को गल पुकार पुकार के कहंदियां ने, भाव तत्त कहंदियां, असलीयत दसदियां ने। की कहंदियां ने? नाम बिना सब कूड़ गाली होछियां। नाम सिमरन तो बिना साडे सारे कीते हुए कर्म जिहड़े आ वो व्यर्थ आ, उन्हां दा मुੱਲ नहीं पैंदा, उन्हां दी कीमत नहीं पैंदी। नाम बिना सब कूड़ गाली होछियां। नाम तो बिना भाव ज्ञान तो बिना सच तो बिना सारियां गल्लां थूथियां ने, झूठियां ने, व्यर्थ ने, कोई कीमत नहीं रखदियां। नाम बिना सब कूड़ गाली होछियां। फिर नाम कित्थे है? नाम निधान अपार। नाम दा खजाना जिहदा कोई अंत ही नहीं, जिहदी कोई कीमत नहीं पाई जा सकती। भगतां मन वसे, वो परमेश्वर दी प्यारियां दी भगतां दे हिरदे विच वसदा है। जन्म मरण मोह दुख साधु संग नसी। जिन्हां प्रभु प्यारियां भगतां दे हिरदे विच परमेश्वर तेरा नाम दा खजाना है, उन्हां दी संगत कीतियां जन्म मरण का दुख नाश हो जाता है, अमर पदवी मिल जाती है। भाव उसनूं पातशाह कहंदे ने गुरमुख तिस गुरसिख हों बलिहारी, जो गुर की भाणी गुरसिख चलिया। इसलिए साहब कहते ने, सिमरत वेद पुराण पुकारन पूथियां। नाम बिना सब कूड़ गाली होछियां। नाम निधान अपार भगतां मन वसे। जन्म मरण मोह दुख, मोह का दुख, जन्म मरण का दुख, भाव परमेश्वर के चरणों की प्राप्ति, भाव अमर पदवी, जन्म मरण की निवृत्ति सतगुर के चरणों में, साधु के चरणों में। जन्म मरण मोह दुख साधु संग नसी। साधु की संगत कीतियां दूर हुंदियां ने। ते पातशाह कहंदे हुण साधु का संग किहनूं प्राप्त हुंदा है? सचियार पुरुषों की संगत किन्हां नूं नसीब हुंदी है? पातशाह कहंदे जिन को भय दयाल, जिन्हां ते परमेश्वर आप दयाल हो जाता है, उन्होंने फिर अपने प्यारिਆਂ की संगत बख्श दिंदा है। जिन को भय दयाल तिन साधु संग पिया। अमृत हर का नाम तिनी जनी जप लिया। सचियार पुरखों की संगत में फिर उन्होंने परमेश्वर का नाम रूपी अमर जिहड़ा स्वाह स्वाह जपना शुरू कर दिता, तो ऐसे सेवक ही सतगुर के चरणों में प्रवान हो जाते हैं। इसलिए पातशाह कहते हैं, अमृत हर का नाम तिनी जनी जप लिया। खोजै कोट असंख बहुत अनंत की। परमेश्वर तेनू ते करोड़ां अरबां लोकी तेनू खोजदे आ, लभदे फिरदे आ। खोजै कोट असंख बहुत अनंत के, अनेकां तरीकों दे नाल तेनू लभदे आ, प्राप्त करना चाहुंदे आ। पर पातशाह कहते हैं, जिस बुझाई आप, जिन्हों तू समझ बख्श दिंदा है, तू ज्ञान दे दिंदा है, नेड़े ते सही, तू उहदे नेड़े ही हुंदा है। ते जिन्होंने दस्सिया है परमेश्वर ने भी मैं कित्थे वसदा आ, उत्थे सतगुरु दास जी कहते, सर्व है एक अनेकै स्वामी। अकाल पुरख परम पिता परमेश्वर सर्व विच भाव हर कण कण विच विराजमान है। सब घट भोगवै सोई हर शरीर अंदर। पदार्थक ते आनंद दी सिमरन दे रस नूं परमेश्वर आप भोगदा है। सब घट भीतर हट चलावे, तन रूपी हट विच बैठा परमेश्वर आप चला रहा है। इसलिए सर्व है एक अनेकै स्वामी सब घट भोगवै सोई। कह रविदास हाथ पै नेड़े सहजे परम पिता परमेश्वर अकाल पुरख हत्थां तो भी नेड़े है। इसलिए साहब के बचन, खोजै कूट असंख बहुत अनंत के। परमेश्वर तेनों ते बहुत लभदे ने, ढूंढते ने, अनेकां ने, करोड़ां ने, करोड़ां तरीके ने, करोड़ां ढंग वरतदे ने। पर जिस बुझाई आप, जिन्हों तू समझ बख्श दिंदा है, तू किरपा कर देना, नेड़े ते उहदे तू नेड़े हुंदा है, अंदरों ही प्रगट हो जाता है। खोजै कूट असंख बहुत अनंत के। ते पातशाह कहंदे ने, नेड़ा ते सहे बिसर नहीं दाता रे अपना नाम दे हो। इसलिए परमेश्वर तू सानू भुल्ली ना, किरपा करके अपने नाम की सिमरन की दात दे। गुण गावां दिन रात नानक चाऊ एहो। साहब गुरु अर्जन देव कहते हैं, परमेश्वर किरपा कर वो नाम जिहड़ा अपने भगतां नूं दिता, तू ना खजाना बख्शिया, वो नाम की दात सानू भी दे, असीं भी तेरे चरणां दा सिमरन करके आनंद लै सकीए। ते सतगुरु दास जी कहते हैं, तन मन अर्पों पूज चढ़ावों। हे परम पिता परमेश्वर अकाल पुरख परमात्मा, मैं तुहाडे चरनां विच तन करके सेवा, मन करके सिमरन, अपनी ते मनुखता की भलाई लई जो तुसीं मैनूं बाणी बख्शी, वो विद्या का भंडार संसार विच प्रगट करदा हाँ, वंडदा हाँ। तन मन अर्पों पूज चढ़ावों गुर प्रसाद निरंजन पावों। हे परम पिता परमेश्वर जी, तुसीं गुरु ये प्रसाद तुहाडे चरनां विच प्रवान हो जाए। मेरे कोल तां ये प्रसाद है जिहड़ा मैं तन करके सेवा, मन करके सिमरन, ये सिमरन रूपी प्रसाद परमेश्वर तुहाडे चरनां विच चढ़ाउंदा हाँ। जे तुसीं प्रवान कर लओ,
ਨਰੰਜਨ ਪਾਵੋਂ ਮਲ ਬਖੀਬ ਤੂੰ ਰਹਿਤ। ਪਰਮੇਸ਼ਰ ਤੁਸੀਂ ਕਿਸੇ ਦੇ ਔਗਣ ਕਦੇ ਨਹੀਂ ਦੇਖਦੇ। ਤੇ ਪਾਤਸ਼ਾਹ ਕਹਿੰਦੇ ਨੇ ਸਦਵਕ ਸਿੰਧ ਸਦਾ ਮਿਹਰਬਾਨਾ ਸਭਨਾਂ ਦੇ ਆਧਾਰੇ। ਨਾਨਕ ਦਾਸ ਸੰਤ ਪਾਛੇ ਭਰਿਓ ਰਾਖ ਲਈ ਇਹ ਵਾਰੀ। ਤੇ ਪਾਤਸ਼ਾਹ ਤੂੰ ਤੇ ਸਾਡੇ ਔਗਣ ਚ ਤਾਰਦਾ ਹੀ ਨਹੀਂ, ਇਸ ਲਈ ਹਮ ਅਵਗੁਣ ਭਰੈ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖਾਹੀ। ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ। ਅਸੀਂ ਤੇ ਔਗਣਾਂ ਦੇ ਭਰੇ ਹੋਏ ਹਾਂ। ਸਤਿਗੁਰੂ ਰਵਿਦਾਸ ਜੀ ਮਹਾਰਾਜ ਵਚਨ ਕਰਦੇ ਨੇ ਹਮ ਸਰ ਦੀਨ ਦਿਆਲ ਨਾ ਤੁਮ ਸਰ। ਆਪ ਤਿਆਰ ਕਿਆ ਕੀਜੀ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹੋਂ ਬਲ ਬਲ ਜਾਉ ਰਮਈਆ ਕਰਨੇ ਕਾਰਨ ਕਵਨ ਅਬੂਲ। ਬਹੁਤ ਜਨ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ। ਇਹ ਜਨਮੇ ਪਰਮੇਸ਼ਰ ਤੁਹਾਡੇ ਚਰਨਾਂ ਵਿੱਚ ਸੇਵਾ ਸਿਮਰਨ ਵਿੱਚ ਲਾਇਆ ਹੈ। ਇਹ ਜਿਹੜਾ ਤੁਸੀਂ ਮੈਨੂੰ ਗਿਆਨ ਵਿਦਿਆ ਦਾ ਬਖਸ਼ਿਆ ਉਹ ਭੰਡਾਰ ਮੈਂ ਸੰਸਾਰ ਵਿੱਚ ਵੰਡ ਰਿਹਾ, ਤੁਹਾਡਾ ਪ੍ਰਗਟ ਕਰ ਰਿਹਾ। ਇਸ ਲਈ ਪਾਤਸ਼ਾਹ ਕਹਿੰਦੇ ਮਿੱਟੀ ਜਾਤ ਹੋਏ ਦਰਬਾਰ। ਫਿਰ ਪਰਮੇਸ਼ਰ ਨੇ ਜਦੋਂ ਪ੍ਰਸਾਦ ਪ੍ਰਵਾਨ ਹੋ ਜਾਂਦਾ ਹੈ ਫਿਰ ਪਰਮੇਸ਼ਰ ਨੇ ਸਾਰੀਆਂ ਜਾਤਾਂ ਪਾਤਾਂ ਮਿਟਾ ਕੇ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਭਗਤ ਜਿਨ੍ਹਾਂ ਕੋ ਆਪ ਤੁਠਾ ਮੇਰਾ ਪਿਆਰਾ। ਭਗਤ ਜਿਨ੍ਹਾਂ ਕੋ ਆਪ ਤੁਠਾ ਮੇਰਾ ਪਿਆਰਾ। ਆਪੀ ਲੈ ਜਨ ਲਾਈ। ਆਪਣੇ ਭਗਤਾਂ ਦੀ ਪਰਮੇਸ਼ਰ ਆਪ ਤੁਠਿਆ ਪ੍ਰਸੰਨ ਆਪੇ ਆਪਣੀ ਭਗਤੀ ਵਿੱਚ ਲਾ ਦਿੰਦਾ ਏ, ਆਪੇ ਗਿਆਨ ਦੇ ਦਿੰਦਾ ਏ। ਤੇ ਪਾਤਸ਼ਾਹ ਪਾਤਸ਼ਾਹੀ ਭਗਤ ਜਿਨ੍ਹਾਂ ਕੋ ਦਿੱਤੇ ਅਨ ਸਿਰ ਛਤ ਸੱਚਾ ਹਰ ਬਣਾਈ। ਜਿਨ੍ਹਾਂ ਪਿਆਰਿਆਂ ਤੋਂ ਦੁਨੀਆ ਭਿੱਟ ਮੰਨਦੀ ਸੀ, ਪਰਛਾਵੇਂ ਤੋਂ ਦੂਰ ਜਾਂਦੀ ਸੀ, ਉਹਨਾਂ ਨੂੰ ਪਾਤਸ਼ਾਹ ਦਾ ਪਾਤਸ਼ਾਹ ਤੇ ਥਾਪ ਕੇ ਸਿਰ ਤੇ ਆਪ ਪਰਮੇਸ਼ਰ ਛਤਰ ਝੁਲਾ ਦਿੰਦਾ ਏ। ਤੇ ਅੱਡ ਜਿਹਨੂੰ ਪਾਤਸ਼ਾਹ ਕਹਿੰਦੇ ਰਵਿਦਾਸ ਚਮਾਰ ਉਸਤਤ ਕਰੀ ਹਰ ਕੀਰਤ ਨਿਮਖ ਇੱਕ ਗਾਈ। ਪਤਤ ਜਾਤ ਉੱਤਮ ਬਹਿਆ ਚਾਰ ਵਰਨ ਪਏ ਪਗ। ਪੂਰੀ ਮਨੁੱਖਤਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰੇ। ਪਰਮਾਰਥ ਦੇ ਧਨ ਭਾਵ ਬਾਣੀ ਨੂੰ ਗਿਆਨ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਲਈ। ਇਸ ਲਈ ਸਤਿਗੁਰੂ ਦਾਸ ਜੀ ਕਹਿੰਦੇ ਨੇ ਤਨ ਮਨ ਅਰਪੋਂ ਪੂਜ ਟਿੜਾਵੋਂ। ਹੇ ਪਰਮ ਪਿਤਾ ਪਰਮੇਸ਼ਰ ਮੈਂ ਤੁਹਾਡੇ ਅੰਦਰ ਤੁਹਾਡੇ ਚਰਨਾਂ ਦੇ ਵਿੱਚ ਆਪਣੇ ਤਨ ਦੀ ਸੇਵਾ ਤੇ ਮਨ ਦਾ ਸਿਮਰਨ ਭੇਟਾ ਚੜਾਉਂਦਾ। ਤਨ ਮਨ ਅਰਪਾਂ ਪੂਜ ਟਿੜਾਵੋਂ ਗੁਰ ਪ੍ਰਸਾਦ ਨਰਿੰਦਰ ਪਵਡੀ। ਪਰਮੇਸ਼ਰ ਇਹ ਪ੍ਰਸਾਦ ਤੁਸੀਂ ਪ੍ਰਵਾਨ ਕਰ ਲਓ, ਭੇਟਾ ਪ੍ਰਵਾਨ ਹੋ ਜਾਏ ਤੇ ਪ੍ਰਸਾਦ ਮਲ ਬਖੀਬ ਤੋਂ ਰਹਿਤ। ਪਰਮੇਸ਼ਰ ਤੁਸੀਂ ਆਪਣੀ ਮਿਹਰਾਂ ਦੀ ਰਹਿਮਤ ਕਰਕੇ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਤਨ ਮਨ ਅਰਪਾਂ ਪੂਜ ਟਿੜਾਵੋਂ ਗੁਰ ਪ੍ਰਸਾਦ ਨਰਿੰਜਨ ਪਾਵੋਂ। ਜੇ ਤੁਸੀਂ ਕਿਰਪਾ ਕਰਦੇ ਹੋ ਤਾਂ ਮੈਂ ਤੁਹਾਨੂੰ ਪ੍ਰਾਪਤ ਕਰ ਸਕਦਾ, ਮਿਲ ਸਕਦਾ ਹਾਂ। ਇੱਥੇ ਪਾਤਸ਼ਾਹ ਕਹਿੰਦੇ ਨੇ ਅੱਗੇ ਪਾਤਸ਼ਾਹ ਨਿਰਣਾ ਦਿੰਦੇ ਕਹਿੰਦੇ ਪੂਜਾ ਅਰਚਾ ਆਹੀ ਨਾ ਤੂਰੀ ਕਹਿ ਰਵਿਦਾਸ ਕਵਨ ਗਤ ਮੂਰੀ। ਹੇ ਪਰਮ ਪਿਤਾ ਪਰਮੇਸ਼ਰ ਜਦੋਂ ਪਰਮੇਸ਼ਰ ਨੇ ਫਿਰ ਆ ਕੇ ਗਲਵੱਕੜੀ ਵਿੱਚ ਲੈ ਲਿਆ ਨਾ ਸਤਿਗੁਰਾਂ ਨੂੰ, ਜਿੱਥੇ ਪਾਤਸ਼ਾਹ ਕਹਿੰਦੇ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕਿਸਾ। ਤੂੰ ਮੈਂ ਤੂੰ ਤੇ ਤੇਰੇ ਵਿੱਚ ਫਰਕ ਕੀ ਆ। ਤੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਜੇਕਰ ਤੂੰ ਕਿਤੇ ਆ ਫੁੱਲਾਂ ਦੀ ਦੁੱਧ ਦੇ ਪਦਾਰਥਾਂ ਦੇ ਨਾਲ ਦੁਨੀਆ ਦੀ ਭਿਟਾਵਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਤੇ ਮੇਰੇ ਕੋਲ ਤਾਂ ਫਿਰ ਪਰਮੇਸ਼ਰ ਹੀ ਸੁੱਚੀ ਤੇ ਪਵਿੱਤਰ ਸਮੱਗਰੀ ਮਿਲਣੀ ਨਹੀਂ ਸੀ। ਫਿਰ ਤੇਰੀ ਪ੍ਰਾਪਤੀ ਮੇਰਾ ਕੀ ਹਾਲ ਹੁੰਦਾ। ਪੂਜਾ ਅਰਚਾ ਆਹੇ ਨਾ ਤੂਰੀ। ਜੇਕਰ ਇਹ ਜਿਹੜੀਆਂ ਫੁੱਲ ਆ ਦੁੱਧ ਆ ਇਹ ਪਵਿੱਤਰ ਤੁਹਾਡੇ ਚਰਨਾਂ ਵਿੱਚ ਭੇਟਾ ਕਰਕੇ ਤੁਹਾਡੇ ਦਰਸ਼ਨ ਹੁੰਦੇ ਤੇ ਤੁਹਾਡੀ ਪ੍ਰਾਪਤੀ ਹੁੰਦੀ ਤੇ ਸੁੱਚੇ ਤੇ ਪਵਿੱਤਰ ਕਿਤੇ ਮਿਲਣੇ ਨਹੀਂ ਸੀ, ਤੁਹਾਡੀ ਪ੍ਰਾਪਤੀ ਨਹੀਂ ਸੀ ਹੋਣੀ। ਫਿਰ ਮੇਰਾ ਕੀ ਹਾਲ ਹੁੰਦਾ, ਮੈਂ ਤੇ ਤੜਫਦਾ ਹੀ ਰਹਿ ਜਾਣਾ ਸੀ। ਇਸ ਲਈ ਪੂਜਾ ਅਰਚਾ ਆਹੇ ਨਾ ਤੂਰੀ ਕਹਿ ਰਵਿਦਾਸ ਕਵਨ ਗਤ ਮੋਰੀ। ਇਹ ਕਹਿੰਦੇ ਮੇਰਾ ਕੀ ਹਾਲ ਹੁੰਦਾ, ਮੈਂ ਤੇ ਫਿਰ ਪਾਤਸ਼ਾਹ ਤੁਹਾਡੀ ਯਾਦ ਦੇ ਅੰਦਰ ਤੁਹਾਡੀ ਰਹਿਮਤ ਦੀ ਪ੍ਰਾਪਤੀ ਲਈ ਵੀ ਤੜਫਦੇ। ਇਸ ਲਈ ਪਰਮਾਤਮਾ ਦੇ ਚਰਨਾਂ ਵਿੱਚ ਸਤਿਗੁਰੂ ਦਾਸ ਜੀ ਕਹਿੰਦੇ ਨੇ ਤਨ ਮਨ ਅਰਪੋਂ ਪੂਜ ਟਿੜਾਵੋਂ ਗੁਰ ਪ੍ਰਸਾਦ ਨਰਿੰਜਨ ਪਾਵੋਂ। ਇਸ ਲਈ ਪਰਮੇਸ਼ਰ ਮੈਂ ਤੁਹਾਡੇ ਸਿਮਰਨ ਵਿੱਚ ਤੇ ਮਨੁੱਖਤਾ ਦੀ ਭਲਾਈ ਲਈ ਪਾਤਸ਼ਾਹ ਕਹਿੰਦੇ ਨੇ ਤਨ ਮਨ ਅਰਪੋਂ ਪੂਜ ਚੜਾਵੋਂ। ਤਨ ਕਰਕੇ ਸੇਵਾ ਮਨ ਕਰਕੇ ਸਿਮਰਨ ਸੰਸਾਰ ਦੇ ਉੱਤੇ ਬਾਣੀ ਦਾ ਵਿਦਿਆ ਦਾ ਗਿਆਨ ਵੰਡਣ ਲਈ ਪਾਤਸ਼ਾਹ ਉਹੀ ਮੈਂ ਬਣਦਾ ਉਹੀ ਭੇਟਾ ਤੁਹਾਡੇ ਚਰਨਾਂ ਵਿੱਚ ਪ੍ਰਵਾਨ ਕਰੋ। ਤੇ ਸਾਧ ਸੰਗਤ ਜੀ ਪਰਮੇਸ਼ਰ ਨੇ ਭੇਟਾ ਪ੍ਰਵਾਨ ਕੀਤੀ ਤੇ ਸਾਧ ਸੰਗਤ ਅੱਜ ਦੁਨੀਆ ਮੰਨਦੀ। ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ ਰਵਿਦਾਸ ਠਾਕਰ ਬਣਾਈ ਰਵਿਦਾਸ ਧਿਆਈ ਪ੍ਰਭ ਅਨੂਪ। ਰਵਿਦਾਸ ਜੀ ਨੇ ਸਭ ਤੋਂ ਸੋਹਣੇ ਪਰਮ ਪਿਤਾ ਪਰਮੇਸ਼ਰ ਨੂੰ ਧਿਆਇਆ ਏ। ਧਿਆ ਕਰਕੇ ਬ੍ਰਹਮ ਰੂਪ ਬਣ ਬ੍ਰਹਮ ਗੁਰੂ ਦੇ ਪਦ ਨੂੰ ਪ੍ਰਾਪਤ ਹੋਏ ਨੇ। ਇਸ ਲਈ ਸਾਧ ਸੰਗਤ ਜੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਤਾਰੇ। ਐਸੇ ਧੰਨ ਸਤਿਗੁਰੂ ਦਾਸ ਮਹਾਰਾਜ ਚਰਨਾਂ ਵਿੱਚ ਕੋਟਨ ਕੋਟ ਨਮਸਕਾਰ ਹੈ। ਤੇ ਸਾਧ ਸੰਗਤ ਕਰਦੇ ਹਾਂ ਅਰਦਾਸ ਕਰੋਨਾ ਮਹਾਂਵਾਰੀ ਸਤਿਗੁਰੂ ਕਰੋ ਸ਼ਾਂਤ। ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਭਰੈ ਤਿੱਤੇ ਲਹਿ ਉਵਾਰ। ਪਰਮੇਸ਼ਰ ਕਿਰਪਾ ਕਰ ਭੁੱਲਿਆਂ ਨੂੰ ਰਾਹ ਪਾ ਤੇ ਸੰਸਾਰ ਤੇ ਇਹ ਬੇਗਮਪੁਰਾ ਇਹ ਜਿਹੜਾ ਸੰਸਾਰ ਹੈ ਵਿਸ਼ਵ ਸੰਸਾਰ ਹੈ ਇਹਨੂੰ ਦੁੱਖਾਂ ਤੋਂ ਰਹਿਤ ਕਰ।
ਤੇ ਕਲੇਸ਼ਾਂ ਦਾ ਨਾਸ਼ ਕਰ। ਉੱਚਾ ਸੁੱਚਾ ਗਿਆਨ ਵਿਚਾਰ ਜਿਹਦੇ ਅੰਦਰ ਸਾਰੇ ਭਾਈਚਾਰਾ, ਸਾਰਾ ਪਰਿਵਾਰ ਜਿਹੜਾ ਵਿਸ਼ਵ ਸੰਸਾਰ ਹੈ ਇੱਕ ਭਾਈਚਾਰੇ ਦੀ ਤਰ੍ਹਾਂ ਰਵੇ। ਇਸ ਲਈ ਪਾਤਸ਼ਾਹ ਬੇਨਤੀ ਆ, ਦੁਖੀ ਆ ਦਰਦ ਬੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਹੋਈਆਂ ਭੁੱਲਾਂ ਦੀ ਖਿਮਾ। ਜੈ ਗੁਰਦੀਪ, ਧੰਨ ਗੁਰਦੀਪ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।